ਮਿੰਟੂ ਜੀ, ਪਹਿਲੀ ਕਹਾਣੀ ਬੜੀ ਫਿਲਮੀ ਜੀ ਲੱਗਦੀ ਹੈ ਇਹ, ਕਿ ਐਮਐਲਏ ਨੇ ਪੇਪਰ ਦੇ ਵਿੱਚ ਐਗਜ਼ਾਮ 'ਚ ਆਪਣੀ ਥਾਂ ਤੇ ਮੁੰਨਾ ਭਾਈ ਬਿਠਾਇਆ, ਮਤਲਬ ਕਿਸੇ ਹੋਰ ਨੂੰ ਹੀ ਭੇਜਤਾ ਵੀ ਜਾ ਕਾਕਾ ਪੇਪਰ ਦੇ ਆ, ਹਾਜ਼ਰੀ ਲੱਗੂ ਮੇਰੀ, ਪੇਪਰ ਲਿਖੇਗਾ ਤੂੰ। ਬਿਲਕੁਲ, ਉਹ ਜਿਵੇਂ ਆਪਾਂ ਪੁਰਾਣੇ ਸਮੇਂ 'ਚ ਬੋਲੀ ਨਹੀਂ ਸੁਣਦੇ ਸੀ, ਤਾਪ ਚੜੇ ਤੈਨੂੰ ਊਂਗਾ ਮੈਂ। ਤਾਂ ਗੱਲ ਇਹ ਆ ਕਿ ਇਹ ਅੱਜ ਕੱਲ੍ਹ ਕਹਾਣੀ ਉਹੀ ਬਣੀ ਪਈ ਆ। ਖੈਰ ਦੇਖੋ, ਸੁਖਪਾਲ ਸਿੰਘ ਖਹਿਰਾ, ਉਹਨਾਂ ਦਾ ਕੈਮਰਾ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਨੂੰ, ਉੱਥੇ ਸੁਖਪਾਲ ਸਿੰਘ ਖਹਿਰਾ ਪਹੁੰਚ ਜਾਂਦਾ ਕਈ ਵਾਰ। ਤਾਂ ਸੁਖਪਾਲ ਸਿੰਘ ਖਹਿਰਾ ਉਸ ਸੈਂਟਰ ਦੇ ਮੂਹਰੇ ਪਹੁੰਚ ਗਿਆ ਜਿੱਥੇ ਸ਼ਹਿਰੀ ਸਾਹਿਬ ਦੀ ਲਿਸਟ ਲੱਗੀ ਹੋਈ ਸੀਗੀ। ਤਾਂ ਇਹਨਾਂ ਨੇ ਜਾ ਕੇ ਭਾਲਿਆ ਕਿ ਸ਼ਹਿਰੀ ਸਾਹਿਬ ਆਣ ਮਿਲੋ ਸੱਜਣਾ। ਕੌਣ ਮਿਲੇ? ਤਾਂ ਉੱਥੋਂ ਇੱਕ ਬੰਦਾ ਬਾਹਰ ਨਿਕਲਿਆ, ਉਸਨੂੰ ਘੇਰ ਲਿਆ ਗਿਆ। ਉਕਤ ਆਦਮੀ ਦੱਸਿਆ ਗਿਆ ਕਿ ਸਰਕਾਰੀ ਟੀਚਰ ਆ। ਉਹਨੂੰ ਪੁੱਛਿਆ ਕਿ ਤੂੰ ਇੱਥੇ ਕੀ ਕਰਦਾ ਫਿਰਦਾ ਹੈ? ਕਹਿੰਦਾ ਜੀ ਕਿ ਮੈਂ ਐਮਐਲਏ ਦੀ ਵਾਈਫ ਦਾ ਪੇਪਰ ਕਰਵਾਉਣ ਆਇਆ। ਇੱਕ ਹੋਰ ਸੱਜਣ ਉਹਨਾਂ ਨੇ ਘੇਰਿਆ। ਮਤਲਬ ਕਿ ਉੱਥੇ ਖਾਸਾ ਬਹਿਸ ਬਸਈਆ ਹੋਇਆ। ਇਸ ਤੋਂ ਬਾਅਦ ਫਿਰ ਕਲਸੀ ਸਾਹਿਬ ਖੁਦ ਲਾਈਵ ਹੋਏ। ਉਹਨਾਂ ਨੇ ਆਖਿਆ ਯਾਰ ਕਿਆ ਗੱਲ ਕਰਤੀ, ਮੈਂ ਤਾਂ +2 ਪਾਸ ਹੈ, ਮੈਂ ਕਿਉਂ +2 ਦਾ ਪੇਪਰ ਦੁਬਾਰੇ ਦਊਂਗਾ ਜੀ। ਔਰ ਲੋਕ ਦੇਖੋ ਜੀ, ਅੱਜ ਕੱਲ 007 ਹੀ ਆ ਸਾਰੇ ਜਿਨ੍ਹਾਂ ਦੇ ਕੋਲ ਸਮਾਰਟਫੋਨ ਆ। ਇਹਨਾਂ ਨੇ ਕੀ ਕੀਤਾ, ਮਾਰੀ ਸਰਚ, ਕੱਢਿਆ ਕਲਸੀ ਦਾ ਐਫੀਡੈਵਿਟ ਜਿਹੜਾ ਚੋਣ ਕਮਿਸ਼ਨ ਨੂੰ ਦਿੱਤਾ ਸੀਗਾ। ਉਹਦੇ 'ਚ ਜਨਾਬ ਹੋਰਾਂ ਦੀ ਕੁਆਲੀਫਿਕੇਸ਼ਨ 10th ਆ, 10ਵੀਂ ਆ। ਫਿਰ ਹੁਣ ਕਸੂਤੇ ਫਸ ਗਏ ਆ ਕਿ ਬਾਈ ਜਦੋਂ ਤੁਸੀਂ 12ਵੀਂ ਪਾਸ ਹੋ ਤੇ ਫਿਰ ਉੱਥੇ 10ਵੀਂ ਕਿਉਂ ਲਿਖਾ ਰਹੇ ਹੋ ਐਫੀਡੈਵਿਟ ਦੇ ਵਿੱਚ ਜੀ। ਤੇ ਜੇ ਸਾਰੀ ਕਹਾਣੀ ਇਹੀ ਆ ਕਿ 12ਵੀਂ ਦੇ ਵਿੱਚੋਂ ਤੁਸੀਂ ਪਹਿਲਾਂ ਹੀ ਪਾਸ ਹੋ ਤੇ ਫਿਰ 12ਵੀਂ ਦਾ ਪੇਪਰ ਕਿਉਂ ਦੇਣ ਜਾ ਰਹੇ ਹੋ ਦੁਬਾਰਾ? ਹੁਣ ਕਲਸੀ ਸਾਹਿਬ ਕਹਿੰਦੇ ਜੀ ਉਹ ਮੇਰੀ ਵਾਈਫ ਦਾ ਪਰਚਾ ਸੀਗਾ ਯਾਰ, ਮੇਰਾ ਨਾਮ ਕਿਤੇ ਹੋ ਸਕਦਾ ਲਿਸਟ 'ਚ ਗਲਤੀ ਮਲਤੀ ਨਾਲ ਲਿਖਿਆ ਗਿਆ ਹੋਵੇ। ਸੋ ਸਾਰੀ ਕਹਾਣੀ ਹਾਲ ਦੀ ਘੜੀ ਇੱਥੇ ਹੀ ਖਲੋਤੀ ਆ। ਵਾਕਿਆ ਜਿੱਦਾਂ ਤੁਸੀਂ ਕਿਹਾ ਕਿ ਅਜੀਬੋ ਗਰੀਬ ਕਹਾਣੀ ਆ, ਪਰ ਇਸ ਮਾਮਲੇ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਜਿਹੜਾ ਸਿੱਖਿਆ ਮਾਡਲ ਹੈ ਨਾ ਸਾਰਾ, ਉਹੀ ਘਿਰ ਜਾਣਾ ਹੈ ਕਿ ਤੁਹਾਡੀ ਤਾਂ ਸਿੱਖਿਆ ਮਾਡਲ ਦੇ ਵਿੱਚ ਐਮਐਲਏ ਦੀ ਹੀ ਸਿੱਖਿਆ ਜਿਹੜੀ ਉਹ ਦਾਅ ਤੇ ਲੱਗੀ ਪਈ ਹੈ। ਤੁਹਾਨੂੰ ਯਾਦ ਹੋਣਾ ਨਰਿੰਦਰ ਮੋਦੀ ਹੋਰਾਂ ਦੀ ਡਿਗਰੀ ਦਾ ਮਜ਼ਾਕ ਅੱਜ ਵੀ ਉੱਡਦਾ ਹੈ, ਸਿਮਰਤੀ ਇਰਾਨੀ ਦੀ ਡਿਗਰੀ ਦਾ ਮਜ਼ਾਕ ਅੱਜ ਵੀ ਉੱਡਦਾ ਹੈ। ਤੇ ਮੈਨੂੰ ਲੱਗਦਾ ਕਿ ਡਿਗਰੀ ਤੋਂ ਥੱਲੇ ਤੇ ਸਰਟੀਫਿਕੇਟ ਤੋਂ ਆ ਕੇ ਸਰਟੀਫਿਕੇਟ ਦਾ ਮਜ਼ਾਕ ਬਣ ਜਾਣਾ ਹੁਣ। ਮਿੰਟੂ ਜੀ ਇਹ ਦੱਸਿਓ, ਰਾਹੁਲ ਗਾਂਧੀ ਦੀ ਮੈਂਬਰਸ਼ਿਪ ਦਾ ਕੀ ਬਣਿਆ ਹੁਣ? ਗੁਜਰਾਤ ਦੇ ਅਦਾਲਤ ਦੇ ਵਿੱਚ ਜਿਹੜੀ ਉਹਨਾਂ ਨੂੰ ਸਜ਼ਾ ਕਰ ਦਿੱਤੀ ਗਈ ਹੈ ਤੇ ਉਸ ਤੋਂ ਮਗਰੋਂ ਅੱਜ ਪਾਰਲੀਮੈਂਟ ਦੇ ਵਿੱਚ ਆਉਣ ਵਾਸਤੇ ਜੋ ਸਾਰੀ ਉਹਨਾਂ ਨੇ ਕੋਸ਼ਿਸ਼ ਵਗੈਰਾ ਕੀਤੀ, ਹੁਣ ਮੈਂਬਰਸ਼ਿਪ ਦਾ ਕੀ ਬਣਿਆ ਇਸ ਅਦਾਲਤੀ ਮੁਕੱਦਮੇ ਦੇ ਵਿੱਚ ਕਨਵਿਕਟ ਹੋਣ ਮਗਰੋਂ? ਉਹ ਇੱਕ ਫਿਲਮ 'ਚ ਡਾਇਲੋਗ ਬੋਲਦਾ ਨਾ, ਠਾਕਰ ਤੋਂ ਗਿਓ ਮੈਂਬਰਸ਼ਿਪ ਤੋਂ ਗਿਓ, ਮੈਂਬਰਸ਼ਿਪ ਚਲੇ ਗਈ ਆ ਜੀ, ਮੈਂਬਰਸ਼ਿਪ ਰੱਦ ਹੋ ਗਈ ਆ। ਕੱਲ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਸ਼ਾਇਦ ਮੈਂਬਰਸ਼ਿਪ ਬਚ ਜਾਏਗੀ, ਪਰ ਇਹ ਸਾਰਾ ਕੁਝ ਇੰਨੀ ਤੇਜ਼ੀ ਦੇ ਨਾਲ ਹੋਇਆ ਹੈ ਕਿ ਅੱਜ ਹੀ ਜੋ ਲੋਕ ਸਭਾ ਦੇ ਸੈਕਟਰੀਏਟ ਦਾ ਫੈਸਲਾ ਆਇਆ ਉਹ ਇਹੋ ਸੀਗਾ ਕਿ ਬਾਈ ਤੁਹਾਡੀ ਮੈਂਬਰਸ਼ਿਪ ਤੇ ਕਾਂਟਾ। ਵੈਸੇ ਇਤਿਹਾਸ ਦੁਹਰਾਉਂਦਾ ਆਪਣੇ ਆਪ ਨੂੰ। ਤੁਹਾਨੂੰ ਯਾਦ ਹੋਏਗਾ ਇੰਦਰਾ ਗਾਂਧੀ ਦੀ ਵੀ ਮੈਂਬਰਸ਼ਿਪ ਰੱਦ ਹੋਈ ਸੀਗੀ ਤੇ ਉਸ ਤੋਂ ਬਾਅਦ ਫਿਰ ਦੇਖੋ ਦੇਸ਼ ਦੇ ਵਿੱਚ ਕੀ ਹੋਇਆ ਸੀਗਾ। ਹਾਲਾਂਕਿ ਕਾਂਗਰਸ ਹੁਣ ਉਨੀ ਮਜ਼ਬੂਤ ਨਹੀਂ, ਨਾ ਹੀ ਇੰਦਰਾ ਗਾਂਧੀ ਵਰਗਾ ਇਸ ਵੇਲੇ ਅਕਸ ਹੈ ਰਾਹੁਲ ਗਾਂਧੀ ਦਾ, ਪਰੰਤੂ ਦੁਬਾਰਾ ਫਿਰ ਗਾਂਧੀ ਫੈਮਿਲੀ ਦੇ ਨਾਲ ਵੈਸਾ ਹੀ ਝਟਕਾ ਵਾਪਰਿਆ ਹੈ। ਤਾਂ ਮੈਂਬਰਸ਼ਿਪ ਇਹਨਾਂ ਦੀ ਜਾਂਦੀ ਲੱਗੀ ਆ। ਹੁਣ ਮੈਂਬਰਸ਼ਿਪ ਜਿਹੜੀ ਰੱਦ ਹੋ ਗਈ, ਦੇਖੋ ਇਹਦੇ ਵਿੱਚ ਕੀ ਹੈ ਕਿ ਇਹ ਖਾਸ ਤੌਰ ਤੇ ਤਜਵੀਜ਼ ਹੈ ਕਾਨੂੰਨ ਦੇ ਵਿੱਚ ਕਿ ਜੇਕਰ 2 ਸਾਲ ਜਾਂ 2 ਸਾਲ ਤੋਂ ਵਧੇਰੇ ਸਜ਼ਾ ਹੁੰਦੀ ਹੈ ਤਾਂ ਮੈਂਬਰਸ਼ਿਪ ਜਾਂਦੀ ਲੱਗੇਗੀ। ਹਾਲਾਂਕਿ ਆਜ਼ਮ ਖਾਨ ਦਾ ਮਾਮਲਾ ਆਪਣੇ ਸਾਹਮਣੇ ਹੈ, ਜਿਹਦੇ ਵਿੱਚ ਹੋਇਆ ਕੀ ਸੀਗਾ ਕਿ ਆਜ਼ਮ ਖਾਨ ਕੋਰਟ ਚਲੇ ਗਏ ਸਨ ਕਿ ਉਸੇ ਦਿਨ ਹੀ ਐਲਾਨ ਕਰ ਦਿੱਤਾ ਗਿਆ ਇਹਨਾਂ ਦੀ ਮੈਂਬਰਸ਼ਿਪ ਰੱਦ। ਉਸੇ ਦਿਨ ਉਪ ਚੋਣ ਦਾ ਐਲਾਨ ਹੋ ਗਿਆ ਤਾਂ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਯਾਰ ਬੰਦੇ ਨੂੰ ਸਾਹ ਤੇ ਲੈਣ ਦਿੰਦੇ ਜੀ। ਉਸ ਤੋਂ ਬਾਅਦ ਕੀ ਹੋਇਆ ਸੀਗਾ ਕਿ ਸੈਸ਼ਨ ਕੋਰਟ ਨੂੰ, ਹੇਠਲੇ ਕੋਰਟ ਨੂੰ ਕਿਹਾ ਕਿ ਇਹਨਾਂ ਦਾ ਕੇਸ ਸੁਣੋ ਦੁਬਾਰਾ। ਮਤਲਬ ਲੋਅਰ ਕੋਰਟ ਨੇ ਸਜ਼ਾ ਸੁਣਾਈ, ਸੈਸ਼ਨ ਕੋਰਟ 'ਚ ਅਪੀਲ ਪਾਈ, ਸੈਸ਼ਨ ਕੋਰਟ ਨੂੰ ਕਿਹਾ ਕਿ ਟਾਈਮ ਬਾਉਂਡ ਆ, ਇੰਨੇ ਟਾਈਮ 'ਚ ਬਾਈ ਮਾਮਲਾ ਸੁਣਿਆ ਜਾਵੇ। ਉਹਨਾਂ ਨੇ ਉਹ ਸਜ਼ਾ ਆਜ਼ਮ ਖਾਨ ਦੀ ਬਹਾਲ ਰੱਖ ਦਿੱਤੀ, ਜਿਸ ਤੇ ਚੱਲਦਿਆਂ ਹੋਇਆ ਕੀ ਸੀ ਕਿ ਆਜ਼ਮ ਖਾਨ ਦੀ ਮੈਂਬਰਸ਼ਿਪ ਫਿਰ ਜਾਂਦੀ ਲੱਗੀ ਸੀ, ਪਰ ਸੁਪਰੀਮ ਕੋਰਟ 'ਚੋਂ ਰਾਹਤ ਡੈਫੀਨੇਟਲੀ ਮਿਲ ਗਈ ਸੀ। ਅੱਗੇ ਕੀ ਹੁੰਦਾ ਸੀ, ਥੋੜਾ ਜਿਹਾ ਤਕਨੀਕੀ ਨੁਕਤਾ ਤੁਹਾਨੂੰ ਸੁਣਾ ਦਿੰਦਾ ਮੈਂ ਕਿ ਅਸਲ 'ਚ ਅੱਗੇ ਸਜ਼ਾ ਜਦੋਂ ਇਸ ਤਰ੍ਹਾਂ ਹੁੰਦੀ ਸੀ ਨਾ 2 ਸਾਲ ਜਾਂ 2 ਸਾਲ ਤੋਂ ਵਧੇਰੇ, ਇਸ ਤਰ੍ਹਾਂ ਦੇ ਕਾਨੂੰਨ ਦੇ ਵਿੱਚ ਕੀ ਸੀਗਾ ਕਿ ਜਾ ਕੇ ਲੀਡਰ ਜਿਹੜੇ ਸੀਗੇ ਸਟੇ ਲੈ ਲੈਂਦੇ ਸੀਗੇ ਸਜ਼ਾ ਤੇ। ਸਜ਼ਾ ਦਾ ਸਟੇ ਜਿਹੜਾ 10-10 ਸਾਲ ਚੱਲੀ ਜਾਂਦਾ, ਸਰਕਾਰਾਂ ਚੱਲੀ ਜਾਂਦੀਆਂ, ਨਜ਼ਾਰੇ ਆਈ ਜਾਂਦੇ, ਨਜ਼ਾਰੇ ਜਾਈ ਜਾਂਦੇ। ਹੁਣ ਬਾਅਦ ਚ ਕੀ ਹੋਇਆ ਸੀਗਾ ਕਿ ਲਿਲੀ ਥਾਮਸਨ ਵਾਲੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਸਾਫ਼ ਹਦਾਇਤ ਦੇ ਦਿੱਤੀ ਸੀ ਕਿ ਦੇਖੋ ਇਦਾਂ ਨਹੀਂ ਚੱਲੇਗਾ, ਜਿੱਥੇ ਸਜ਼ਾ ਹੋਗੀ ਮੈਂਬਰਸ਼ਿਪ ਇੱਕ ਵਾਰੀ ਜਾਂਦੀ ਲੱਗੇਗੀ। ਹਾਲਾਂਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਉਹਦੇ ਵਿੱਚ ਸਟੇ ਕਰ ਦਿੰਦੀ ਹੈ ਤਾਂ ਮੈਂਬਰਸ਼ਿਪ ਜਿਹੜੀ ਹੈ ਉਹ ਬਹਾਲ ਹੋ ਸਕਦੀ ਹੈ।
ਤਾਂ ਇਹਦੇ ਲਈ ਹੁਣ ਇੱਕ ਅਲੱਗ ਤੋਂ ਰਾਹੁਲ ਗਾਂਧੀ ਨੂੰ ਫਾਈਟ ਕਰਨੀ ਪਵੇਗੀ। ਪਰ ਜਿਸ ਤਰ੍ਹਾਂ ਇਹ ਮਾਣਹਾਨੀ ਦਾ ਮੁਕੱਦਮਾ ਦਰਜ ਹੋਇਆ, ਜਿਸ ਤਰ੍ਹਾਂ ਸਜ਼ਾ ਹੋਈ, ਸਜ਼ਾ ਮੈਕਸਿਮਮ ਟੂ ਮੈਕਸਿਮਮ ਹੋਈ ਆ 2 ਸਾਲ। ਜੇ ਮੰਨ ਲਓ ਇੱਕ ਦਿਨ ਵੀ ਘੱਟ ਹੁੰਦੀ ਤਾਂ ਮੈਂਬਰਸ਼ਿਪ ਬਚ ਜਾਣੀ ਸੀ। ਉਹ ਲੱਗਦਾ ਹੈ ਕਿ ਜੱਜ ਨੇ ਸਵੇਰੇ ਸਵੇਰੇ ਕੁਝ ਖਾ ਕੇ ਹੀ ਸਜ਼ਾ ਲਿਖੀ ਆ ਕਿ ਬਖਸ਼ਾਂਗਾ ਨਹੀਂ ਬਖਸ਼ਣਾ ਤੇ ਨਹੀਂ ਬਖਸ਼ਣਾ। ਸੋ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਚਲੇ ਗਈ ਆ। ਪਰ ਕਾਂਗਰਸ ਨੇ ਤਗੜੇ ਪ੍ਰਤੀਕਰਮ ਦਿੱਤੇ। ਇਸ ਤੋਂ ਇਲਾਵਾ ਜੇ ਦੇਖੀਏ ਇਸ ਮਾਮਲੇ ਦੇ ਵਿੱਚ ਹੋਰ ਵੀ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਇਕੱਠੀਆਂ ਹੋਈਆਂ ਨੇ ਕਿ ਅਸਲ 'ਚ ਆਪੋਜੀਸ਼ਨ ਨੂੰ ਇੱਥੇ ਸਪਰੈਸ ਕੀਤਾ ਜਾ ਰਿਹਾ ਵਾ। ਜੀ ਮਿੰਟੂ ਜੀ, ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ 12 ਹੋਰ ਜਣਿਆਂ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਗਈ ਹੈ। ਕੀ ਵੇਰਵਾ ਜੀ ਇਸ ਅਪਡੇਟ ਦਾ? ਦੇਖੋ, ਇਹ ਦੂਸਰੀ ਐਸੀ ਚਾਰਜ ਸ਼ੀਟ ਹੈ ਜਿਹੜੀ NIA ਨੇ ਫਾਈਲ ਕਰ ਦਿੱਤੀ ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ। ਤਾਂ ਇਹ ਜਿਹੜੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ 12 ਹੋਰ ਜਿਹੜੇ ਇਹ ਸੀਗੇ ਸਾਰੇ ਇਹਨਾਂ ਦੇ ਸਾਥੀ, ਇਹਨਾਂ ਦੇ ਖਿਲਾਫ ਚਾਰਜ ਸ਼ੀਟ ਜਿਹੜੀ ਦਾਇਰ ਕੀਤੀ ਹੈ। ਤਾਂ ਇਹ ਕੀਤੀ ਹੈ ਪਾਬੰਦੀ ਸ਼ੁਦਾ ਜਿਹੜਾ ਸੰਗਠਨ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਕਈ ਹੋਰ ਇਸ ਤਰ੍ਹਾਂ ਦੇ ਖਾਲਸਾਨੀ ਸਮਰਥਕਾਂ ਦੇ ਨਾਲ ਇਹਨਾਂ ਦੇ ਸੰਬੰਧ ਨੇ ਤੇ ਇਹ ਅੱਤਵਾਦੀਆਂ ਦੇ ਵਿੱਚੋਂ ਆ। ਵੇਖੋ, ਅਜੀਬ ਜੀ ਗੱਲ ਹੈ ਨਾ ਵੈਸੇ ਵਿਜੇ ਜੀ ਕਿ ਲਾਰੈਂਸ ਬਿਸ਼ਨੋਈ ਨੇ ਆਪਣੀ ਇੰਟਰਵਿਊ ਦੇ ਵਿੱਚ ਪਿਛਲੇ ਦਿਨ ਕੀ ਕਿਹਾ ਕਿ ਮੈਂ ਤਾਂ ਰਾਸ਼ਟਰਵਾਦੀ ਹਾਂ ਜੀ ਭਾਈ, ਆਪਨ ਤੋਂ ਰਾਸ਼ਟਰਵਾਦੀ ਹੈ। ਤਾਂ ਖਾਲਿਸਤਾਨ ਦੇ ਵਿਰੋਧ ਦੇ ਵਿੱਚ, ਅਮਰਤਪਾਲ ਸਿੰਘ ਦੇ ਵਿਰੋਧ ਦੇ ਵਿੱਚ ਆ। NIA ਨੇ ਹੁਣ ਕਹਾਣੀ ਹੋਰ ਘੜ ਦਿੱਤੀ ਆ ਬਾਈ। ਹੁਣ ਦੇਖੋ ਕਹਾਣੀ ਦੋਹਾਂ ਚੋਂ ਸੱਚੀ ਕਿਹੜੀ ਹੈ? ਬੰਦੇ ਦੇ ਵਿਚਾਰਾਂ ਦੇ ਪ੍ਰਗਟਾਵੇ 'ਚ ਸੱਚ ਹੈ ਜਾਂ ਫਿਰ ਜੋ NIA ਲਿਖ ਰਿਹਾ ਹੈ? ਦੋਨਾਂ ਚੋਂ ਸੱਚਾ ਕੌਣ ਹੈ? ਪਰ ਜੋ ਵੀ ਹੈ ਹੁਣ ਦੇਖੋ, ਇੱਕ ਵਾਰੀ ਤਾਂ ਚਾਰਜ ਸ਼ੀਟ ਫਾਈਲ ਹੋ ਗਈ, ਟ੍ਰਾਇਲ ਚੱਲਣਗੇ, ਤਾਂ ਵੈਸੇ ਤੈਅ ਹੀ ਸੀਗਾ ਕਿ NIA ਇਨਵੋਲਵ ਹੋਇਆ ਤਾਂ ਇਹ ਮਾਮਲਾ ਅੱਗੇ ਤੱਕ ਜਾਏਗਾ, ਸਰਹੱਦਾਂ ਤੋਂ ਪਾਰ ਤੱਕ ਜਾਏਗਾ। ਪਰ ਇੰਟਰਸਟਿੰਗ ਗੱਲ ਹੈ ਕਿ NIA ਇੱਕ ਪਾਸੇ ਤੇ ਏਡੇ ਵੱਡੇ ਪੱਧਰ ਤੇ ਇਹਨਾਂ ਨੂੰ ਜੋੜ ਰਹੀ ਹੈ, ਕੌਮਾਂਤਰੀ ਇਹਨਾਂ ਦੇ ਤਾਲੁਕਾਤ ਜਿਹੜੇ ਸਥਾਪਿਤ ਕਰਨ ਦਾ ਯਤਨ ਕਰ ਰਹੀ ਹੈ। ਪਰ ਦੂਸਰੇ ਪਾਸੇ ਉਹੀ ਸ਼ਖਸ ਜਿਨ੍ਹਾਂ ਨੂੰ ਇਹ ਅੱਤਵਾਦੀ ਬਣਾ ਰਹੇ ਆ, ਉਹੀ ਸ਼ਖਸ ਇੰਟਰਵਿਊਆਂ ਦੇ ਰਹੇ ਨੇ, ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿ ਰਹੇ ਆ, ਕਿਸੇ ਸੁਪਰਸਟਾਰ ਨੂੰ ਧਮਕੀ ਦੇ ਰਹੇ ਆ। ਤੇ ਤੁਹਾਡੀ ਮਜ਼ਾਲ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਪੁੱਛ ਲਵੋ ਕਿ ਹਜ਼ੂਰ ਸਾਨੂੰ ਇੰਨਾ ਹੀ ਦੱਸ ਦਿਓ ਕਿ ਤੁਸੀਂ ਬੋਲ ਕਿੱਥੋਂ ਰਹੇ ਸੋ, ਕਿਹੜੇ ਸਟੇਸ਼ਨ ਤੋਂ ਬੋਲਦੇ ਸੋ। ਜੀ 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 ਮਿੰਟੂ ਜੀ, ਜਦੋਂ ਪੱਕੀ ਫਸਲ ਦੇ ਉੱਪਰ ਗੜੇ ਪੈ ਜਾਣ ਤੇ ਇਹ ਬਹੁਤ ਵੱਡੀ ਇੱਕ ਤੁਸੀਂ ਲਗਾ ਲਓ ਕੁਦਰਤ ਦੀ ਕਰੋਪੀ ਹੁੰਦੀ ਕਿਸਾਨ ਵਾਸਤੇ। ਹੁਣ ਜਦੋਂ ਕਣਕ ਦੀ ਫਸਲ ਪੱਕੀ ਹੋਈ ਆ, ਪੰਜਾਬ ਦੇ ਵਿੱਚ ਝੱਖੜ ਆਇਆ, ਗੜੇਮਾਰੀ ਹੋਈ ਆ, ਫਸਲਾਂ ਦਾ ਤਾਂ ਬਹੁਤ ਭਾਰੀ ਨੁਕਸਾਨ ਹੋ ਗਿਆ ਹੋਣਾ ਜੀ। ਖਤਮ ਹੈ ਜੀ, ਸਾਰਾ ਕੁਝ ਖਤਮ, ਮੇਲਾ ਹੋ ਗਿਆ। ਤਾਂ ਗੱਲ ਇਹ ਹੈ ਕਿ ਬਿਲਕੁਲ 10 ਦਿਨਾਂ ਤੱਕ ਇਹ ਕਣਕ ਵੱਢੀ ਜਾਣੀ ਸੀ, ਅੱਜ ਕੁਝ ਵੀ ਨਹੀਂ ਬਚਿਆ। ਅਬੋਹਰ ਏਰੀਏ ਦੇ ਵਿੱਚ ਤਾਂ ਟੋਰਨਾਡੋ ਆਇਆ, ਇਸ ਤੋਂ ਇਲਾਵਾ ਸਾਡਾ ਏਰੀਆ ਅੱਗੇ ਆ ਜਾਂਦਾ ਥੋੜਾ ਜਿਹਾ ਮਲੋਟ, ਇੱਥੇ ਤਾਂ ਜੋ ਮੈਂ ਦੇਖਿਆ 15 ਕਿਲੋਮੀਟਰ ਆਇਆ ਮੈਂ, ਕੱਖ ਨਹੀਂ ਬਚਿਆ, ਕੱਖ ਵੀ ਜਿਹਨੂੰ ਆਪਾਂ ਕਹਿੰਦੇ ਆ। ਤਾਂ ਮਤਲਬ ਕਿ ਰਗੜ ਕੇ ਰੱਖ ਦਿੱਤਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਐਸਾ ਮੌਸਮ ਦਾ ਜਿਹੜਾ ਮਤਲਬ ਕਿ ਕਰੋਪ ਹੈ ਨਾ, ਪਹਿਲੀ ਵਾਰੀ ਦੇਖਿਆ ਵਿਜੇ ਜੀ। ਇਸ ਰੁੱਤ ਦੇ ਵਿੱਚ ਕੁਦਰਤੀ ਵਿਪਤਾਵਾਂ ਤੇ ਬਹੁਤ ਦੇਖੀਆਂ, ਆਫਤਾਵਾਂ ਦੇਖੀਆਂ ਨੇ। ਅਸਲ 'ਚ ਕੀ ਹੈ ਕਿ ਝੱਖੜ ਵੀ, ਗੜੇਮਾਰੀ ਵੀ, ਮੀਂਹ ਇੰਨਾ ਜਿੱਦਾਂ ਸੌਣ ਭਾਦਰੋਂ ਦੀਆਂ ਝੜੀਆਂ ਲੱਗਦੀਆਂ ਨੇ, ਤਾਂ ਬਹੁਤ ਜ਼ਿਆਦਾ ਮੀਂਹ ਵਰਸਿਆ। ਤਾਂ ਇਹ ਨੁਕਸਾਨ ਜਿਹੜਾ ਹੈ ਮਲੋਟ, ਅਬੋਹਰ, ਗਿੱਦੜਵਾ, ਬਲਾਡਾ, ਇਸ ਬੈਲਟ ਤੱਕ ਫੈਲਦਾ ਹੀ ਗਿਆ। ਹੁਣ ਸਵੇਰੇ ਪਤਾ ਲੱਗੇਗਾ ਕਿ ਕਿੰਨਾ ਕੁ ਨੁਕਸਾਨ ਹੋਇਆ, ਪਰ ਜਿੱਥੇ ਮੈਂ ਦੇਖ ਕੇ ਆਇਆ 15-20 ਕਿਲੋਮੀਟਰ ਦੇ ਏਰੀਆ 'ਚ ਛੱਡਿਆ ਹੀ ਕੁਛ ਨਹੀਂ ਹੈ। ਤਾਂ ਇਸੇ ਤਰ੍ਹਾਂ ਦੱਸਦੇ ਕਿ ਜਿੱਥੇ ਜਿੱਥੇ ਵੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਗੜੇਮਾਰੀ ਹੋਈ ਹੈ। ਤਾਂ ਕਿਸਾਨ ਦਾ ਤਾਂ ਪਹਿਲਾਂ ਹੀ ਤੁਸੀਂ ਦੇਖਿਆ ਕਿ ਪਿਛਲੀ ਕਣਕ ਵੇਲੇ ਕਿੰਨਾ ਨੁਕਸਾਨ ਹੋਇਆ ਸੀਗਾ, ਝਾੜ ਘਟ ਗਿਆ ਸੀ ਗਰਮੀ ਕਰਕੇ ਜੀ, ਅਗੇਤੀ ਗਰਮੀ ਪੈ ਗਈ। ਹੁਣ ਐਤਕੀ ਕੰਮ ਉਲਟਾ ਚੱਲ ਪਿਆ ਜੀ। ਐਤਕੀ ਨਵੀਂ ਵਧੀਆ ਸੀਗੀ ਮੌਸਮ ਦੇ ਵਿੱਚ ਤੇ ਐਤਕੀ ਮੀਂਹ ਬਹੁਤ ਜ਼ਿਆਦਾ ਪੈ ਗਿਆ। ਐਤਕੀ ਤਾਂ ਸਾਰਾ ਕੁਝ, ਪਿਛਲੀ ਵਾਰੀ ਤਾਂ ਚਲੋ 10%, 20%, 25%, 30% ਕਿਸੇ ਦਾ ਇਸ ਤਰ੍ਹਾਂ ਨੁਕਸਾਨ ਹੋਇਆ। ਐਤਕੀ ਤਾਂ ਹੁਣ ਜਿਹਦਾ ਵੀ ਹੋਇਆ ਉਹਦਾ ਤਾਂ 100 ਹੀ ਹੋ ਗਿਆ, 90 ਹੀ ਹੋ ਗਿਆ ਜੀ। ਇਸ ਕਰਕੇ ਹੁਣ ਮਾਨ ਸਰਕਾਰ ਨੂੰ ਚਾਹੀਦਾ ਕਿ ਪੱਤਰਕਾਰਾਂ ਨੂੰ ਥਾਣਿਆਂ 'ਚ ਬੁਲਾਉਣ ਦੀ ਥਾਂ ਤੇ, ਲੋਕਾਂ ਦੇ ਘਰਾਂ 'ਚ ਧਾੜਾਂ ਚੜਾਉਣ ਦੀ ਥਾਂ ਤੇ ਆਪਣਾ ਮਾਲ ਮਹਿਕਮਾ ਖੇਤਾਂ 'ਚ ਉਤਾਰੋ, ਸਪੈਸ਼ਲ ਗਿਰਦੌਰੀ ਕਰਾਓ ਤੇ ਲੋਕਾਂ ਦੀ ਬਾਂਹ ਫੜੋ, ਲੋਕਾਂ ਨੂੰ ਹੌਸਲਾ ਦਿਵੋ ਕਿ ਅਸੀਂ ਤੁਹਾਡੇ ਨਾਲ ਆ। ਨਹੀਂ ਤਾਂ ਤੁਹਾਨੂੰ ਪਤਾ ਹੈ ਟੁੱਟੇ ਖਾਬ, ਝੰਬੀਆਂ ਸਦਰਾਂ ਜਿਹੜੀਆਂ ਹੁੰਦੀਆਂ ਨਾ, ਕਈ ਵਾਰ ਖੁਦਕੁਸ਼ੀਆਂ ਦੇ ਰਸਤੇ ਪੈ ਜਾਂਦੀਆਂ। ਸੋ ਇਸ ਕਰਕੇ ਕੋਈ ਖੁਦਕੁਸ਼ੀ ਨਾ ਕਰੇ, ਇਹਨਾਂ ਨੂੰ ਫੌਰੀ ਤੌਰ ਤੇ ਕਿਸਾਨ ਦੀ ਬਾਂਹ ਫੜਨੀ ਚਾਹੀਦੀ ਹੈ ਜੀ ਜੀ। ਮਿੰਟੂ ਜੀ, ਲਾਇਸੈਂਸ ਹੁਣ ਕਹਿੰਦੇ ਦੇਣ ਤੋਂ ਪਹਿਲਾਂ, ਹਥਿਆਰ ਦਾ ਲਾਇਸੈਂਸ ਦੇਣ ਤੋਂ ਪਹਿਲਾਂ ਜੇ ਕੋਈ ਵਿਅਕਤੀ ਕਹਿੰਦਾ ਮੈਨੂੰ ਧਮਕੀ ਮਿਲੀ ਤਾਂ ਮੈਨੂੰ ਲਾਇਸੈਂਸ ਚਾਹੀਦਾ, ਹੁਣ ਕਹਿੰਦੇ ਵੈਰੀਫਿਕੇਸ਼ਨ ਹੋਏਗੀ ਪ੍ਰੋਪਰਲੀ ਵੀ ਉਹ ਧਮਕੀ ਕਿੰਨੀ ਕੁ ਵੈਲਿਡ ਹੈਗੀ ਆ। ਕੀ ਵੇਰਵਾ ਜੀ ਇਹਦਾ?
ਜੀ ਬਿਲਕੁਲ, ਇਹ ਤੇ ਵੈਸੇ ਚਾਹੀਦੀ ਵੀ ਆ। ਇੱਥੇ ਤੁਹਾਨੂੰ ਪਤਾ ਹੀ ਆ ਕਿ ਲਾਇਸੈਂਸ ਲੈਣ ਵਾਸਤੇ, ਗਨਮੈਨ ਲੈਣ ਵਾਸਤੇ ਬਥੇਰੀਆਂ ਕਹਾਣੀਆਂ ਘੜੀਆਂ ਜਾਂਦੀਆਂ ਨੇ ਜੀ। ਤਾਂ ਇਹ ਤਾਂ ਚੰਗੀ ਗੱਲ ਆ, ਹੋਣੀ ਚਾਹੀਦੀ ਹੈ ਕਿ ਵਾਕਿਆ ਹੀ ਇਸ ਬੰਦੇ ਨੂੰ ਲਾਇਸੈਂਸ ਦੀ ਜ਼ਰੂਰਤ ਹੈ। ਜੇ ਜ਼ਰੂਰਤ ਹੈ ਤਾਂ ਜ਼ਰੂਰ ਉਹਨੂੰ ਮਿਲਣਾ ਵੀ ਚਾਹੀਦਾ। ਤਾਂ ਖੈਰ ਇਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਗਾਂ ਅਰਜ਼ੀਆਂ ਜਿੰਨੀਆਂ ਵੀ ਆਉਣਗੀਆਂ, ਜਿੰਨੀਆਂ ਅਰਜ਼ੀਆਂ ਮੰਗੀਆਂ ਜਾਣਗੀਆਂ, ਸਾਰੇ ਦਸਤਾਵੇਜ਼ਾਂ ਦੀ ਗੰਭੀਰਤਾ ਨਾਲ ਜਾਂਚ ਹੋਵੇਗੀ। ਜੇਕਰ ਕਿਸੇ ਅਰਜ਼ੀਕਰਤਾ ਨੂੰ ਧਮਕੀ ਮਿਲ ਰਹੀ ਹੈ ਤਾਂ ਪਹਿਲਾਂ ਉਸ ਦੀ ਵੈਰੀਫਿਕੇਸ਼ਨ ਹੋਏਗੀ ਤੇ ਫਿਰ ਹਥਿਆਰ ਹੈਂਡਲ ਕਰਨ ਦੀ ਕਿੰਨੀ ਯੋਗਤਾ ਹੈ ਇਹਦੀ ਜਾਂਚ ਪੜਤਾਲ ਵੀ ਹੋਏਗੀ। ਜੇਕਰ ਕਿਸੇ ਵਿਅਕਤੀ ਨੂੰ ਪ੍ਰਸ਼ਾਸਨ ਤੋਂ ਲਾਇਸੈਂਸ ਦੀ ਮਨਜ਼ੂਰੀ ਮਿਲ ਗਈ ਹੈ, ਜਾਨ ਇੱਥੇ ਨਹੀਂ ਛੁੱਟਣੀ, ਫਿਰ ਪੰਜਾਬ ਪੁਲਿਸ ਦੇ ਕੋਲ ਜਾਣਾ ਹੈ ਕਿ ਸਾਹਿਬ ਜੀ ਮੈਨੂੰ ਟ੍ਰੇਨਿੰਗ ਦੇ ਦਿਓ, ਟ੍ਰੇਨਿੰਗ। ਤਾਂ ਫਿਰ ਉੱਥੇ ਟ੍ਰੇਨਿੰਗ ਦੇਗਾ, ਤਾਂ ਟ੍ਰੇਨਿੰਗ ਲੈ ਕੇ ਆਓ, ਤਾਂ ਉਹਨਾਂ ਤੋਂ ਸਰਟੀਫਿਕੇਟ ਲੈ ਕੇ ਆਓ। ਵੈਸੇ ਤਾਂ ਉਹਨਾਂ ਨੇ ਟਾਈਮ ਹੀ ਨਹੀਂ ਦੇਣਾ, ਪਹਿਲਾਂ ਟਾਈਮ ਲਓ ਪੁਲਿਸ ਤੋਂ ਕਿ ਕਦੋਂ ਹਥਿਆਰ ਚਲਾਉਣਾ ਸਿਖਾਓਗੇ। ਫਿਰ ਉਹ ਕਹਿ ਦੇਣਗੇ ਅੱਜ ਆ ਜਾਓ, ਕੱਲ ਆ ਜਾਓ। ਤੇ ਜੇ ਤੁਸੀਂ ਕਿਸੇ ਦਾ ਟੈਲੀਫੋਨ ਕਰਾ ਦਿੱਤਾ ਫਲਾਣੇ ਸਾਹਿਬ ਦਾ, ਫਿਰ ਕਹਿਣਗੇ ਅਭੀ ਆ ਜਾਓ, ਤਾਂ ਬਸ ਸਰਟੀਫਿਕੇਟ ਲੈ ਜਾਓ। ਇਹ ਵੀ ਚੱਲਦਾ ਹੈ ਨਾ। ਤਾਂ ਕਿਤੇ ਨਾ ਕਿਤੇ ਕਹਿ ਲਓ ਕਿ ਨਾ ਸਿਰਫ ਕਾਗਜ਼ਾਂ ਪੱਤਰਾਂ ਦੀ ਜਿਹੜੀ ਹੈ ਉਹ ਸਿਰਦਰਦੀ ਹੋਰ ਵਧਾ ਦਿੱਤੀ ਗਈ ਆ, ਬਲਕਿ ਅਰਜ਼ੀਕਰਤਾ ਜਿਹੜੇ ਜੈਨੂਇਨ ਵੀ ਹੋਣਗੇ ਉਹਨਾਂ ਵਾਸਤੇ ਵੀ ਅਗਾਂਹ ਹੋਰ 36 ਸਿਆਪੇ ਬਣ ਜਾਣਗੇ। ਤਾਂ ਗੱਲ ਇਹ ਆ ਕਿ ਇਹ ਠੀਕ ਆ, ਕੁਝ ਚੀਜ਼ਾਂ ਜ਼ਰੂਰੀ ਵੀ ਨੇ, ਪਰ ਕੁਝ ਚੀਜ਼ਾਂ ਇਹ ਗੈਰ ਜ਼ਰੂਰੀ ਵੀ ਵਿੱਚ ਐਡ ਕਰੀ ਜਾਂਦੇ ਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਥਿਆਰਾਂ ਦਾ ਲਾਇਸੈਂਸ ਬਣਾਉਣਾ ਬਹੁਤ ਔਖਾ ਹੋ ਜਾਏਗਾ, ਬਹੁਤ ਹੀ ਔਖਾ ਹੋ ਜਾਏਗਾ। ਅਕਾਲੀ ਰਾਜ ਵੇਲੇ ਤੇ ਇੰਨੀ ਮੌਜ ਸੀ ਸਾਡੇ ਲੰਬੀ ਹਲਕੇ ਦੇ ਵਿੱਚ, ਉਹ ਕਹਿੰਦੇ ਸੀ ਕਿ ਦੋ ਚੀਜ਼ਾਂ ਤੇ ਵੱਟ ਤੇ ਆ, ਜਦੋਂ ਮਰਜ਼ੀ ਲੈ ਲਓ, ਇੱਕ ਆਟੇ ਵਾਲਾ ਕਾਰਡ ਬਣਾ ਲਓ ਤੇ ਦੂਸਰਾ ਹਥਿਆਰ ਵਾਲਾ ਲਾਇਸੈਂਸ ਬਣਾ ਲਓ, ਚੱਕੋ ਬਸ ਲੈ ਜਾਓ। ਤਾਂ ਹੀ ਸਾਡੇ ਏਰੀਏ ਦੇ ਵਿੱਚ, ਮੁਕਤਸਰ ਬਠਿੰਡੇ ਏਰੀਏ ਦੇ ਵਿੱਚ ਲਾਇਸੈਂਸ ਬਹੁਤ ਜ਼ਿਆਦਾ ਮਿਲ ਜਾਣਗੇ। ਪਰ ਹੁਣ ਇਹ ਲਾਇਸੈਂਸ ਮਿਲਣੇ ਬਹੁਤ ਔਖੇ ਕਰ ਦਿੱਤੇ ਆ ਜੀ। ਪਿੰਟੂ ਜੀ, ਬੀਜੇਪੀ ਦੇ ਨੇਤਾ ਅਰਵਿੰਦ ਸ਼ਰਮਾ ਕਹਿੰਦੇ ਫਲੈਟ ਤੇ ਕਬਜ਼ਾ ਕੀਤਾ ਸੀ ਤੇ ਫਲੈਟ ਛੱਡਣ ਦੀ ਏਵਜ਼ ਵਿੱਚ 40 ਲੱਖ ਰੁਪਏ ਦੀ ਮੰਗ ਕੀਤੀ ਸੀ। ਕੀ ਡਿਟੇਲ ਹੈ ਜੀ? ਹੋਰ ਦੇਖੋ, ਇਹ ਰਿਸ਼ਵਤ ਕਾਂਡ ਵਾਪਰਿਆ ਸੀਗਾ ਪਿਛਲੇ ਦਿਨੀ ਜਲੰਧਰ ਦੇ ਵਿੱਚ, ਜਿਹਦੇ 'ਚ ਇੱਕ ਮੈਰਿਜ ਪੈਲੇਸ ਮਾਲਕ ਦੀ ਸ਼ਿਕਾਇਤ ਕੀਤੀ ਗਈ ਸੀ ਕਿ ਫਿਰ ਬਾਅਦ ਦੇ ਵਿੱਚ ਜਦੋਂ ਉਹ ਗਿਆ ਸੀਗਾ ਅਸਿਸਟੈਂਟ ਟਾਊਨ ਪਲੈਨਰ ਦੇ ਕੋਲ, ਤਾਂ ਉਹਨੇ ਆਖਿਆ ਯਾਰ ਉਹ ਬੰਦੇ ਪ੍ਰਾਈਵੇਟ ਬੰਦੇ, ਆਪਣੇ ਬੰਦੇ ਆ, ਤੂੰ ਨਿਬੇੜਾ ਕਰ ਲੈ, ਮੈਂ ਵਿੱਚੋਂ ਕੀ ਲੈਣਾ ਦੇਣਾ। ਫਿਰ ਕਹਿੰਦੇ ਜੀ 30 ਲੱਖ 20 ਲੱਖ, ਫਿਰ 10 ਲੱਖ 'ਚ ਸੈਟਿੰਗ ਹੋ ਗਈ। ਤਾਂ ਵਿਜੀਲੈਂਸ ਨੇ ਛਾਪਾ ਮਾਰ ਕੇ ਉਹ ਬੰਦੇ ਫੜ ਲਏ ਸੀਗੇ, ਜਿਹਦੇ ਵਿੱਚ ਇਹ ਜਿਹੜੇ 2-3 ਨਾਗਰਿਕ ਸੀਗੇ ਜਿਹੜੇ, ਉਹਨਾਂ 'ਚ ਆਗੂ ਵੀ ਸੀਗੇ। ਇੱਕ ਸ਼ਿਵ ਸੈਨਾ ਦਾ ਹੈ, ਇੱਕ ਇਹ ਭਾਰਤੀ ਜਨਤਾ ਪਾਰਟੀ ਦਾ, ਮਤਲਬ ਕਿ ਗੱਠਜੋੜ ਕਰੀ ਬੈਠੇ ਸੀਗੇ। ਹੁਣ ਇੱਕ ਮਾਮਲਾ ਤਾਂ ਉਹ ਚੱਲ ਰਿਹਾ ਸੀਗਾ, ਤਾਂ ਦੂਸਰਾ ਇੱਕ ਹੋਰ ਨਿਕਲ ਆਇਆ। ਇਹ ਕੋਈ ਬੀਬੀ ਆ, ਵਿਰਧ ਬੀਬੀ ਆ, 71-72 ਸਾਲਾਂ ਦੀ, ਜਿਹਦਾ ਪਤੀ ਰਿਟਾਇਰਡ ਸੀਗਾ ਮਿਲਟਰੀ ਆਫੀਸਰ। ਤਾਂ ਇਹਨਾਂ ਦਾ ਫਲੈਟ ਸੀਗਾ ਜਿਸ ਨੂੰ ਉਹਨਾਂ ਨੇ ਗਾਂ ਰੈਂਟ ਤੇ ਦਿੱਤਾ ਸੀਗਾ। ਉਹ ਕਹਿੰਦੇ ਕਿ ਅਸੀਂ ਇੱਕ ਦਿਨ ਜਾ ਕੇ ਦੇਖਿਆ ਤੇ ਸਾਹਿਬ ਬੈਠੇ ਸੀਗੇ, ਇਹਨਾਂ ਨੂੰ ਪੁੱਛਿਆ, ਕਹਿੰਦਾ ਕਿ ਇੱਥੇ ਕਬਜ਼ਾ ਹੋ ਗਿਆ। ਕਬਜ਼ੇ ਦਾ ਹੁਣ ਇਲਾਜ ਕੀ ਕਰੀਏ? ਕਹਿੰਦਾ 40 ਲੱਖ ਰੁਪਈਆ ਦੇ ਦਿਓ, ਨਹੀਂ ਤੇ ਫਿਰ ਕਬਜ਼ਾ ਬਰਕਰਾਰ ਰਹੇਗਾ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹ ਕੇਸ ਵੀ ਦਰਜ ਹੋ ਗਿਆ। ਤੇ ਤੁਸੀਂ ਦੇਖੋ ਇਹਨਾਂ ਦੀਆਂ ਕਰਤੂਤਾਂ ਦੇਖੋ, ਹਰਕਤਾਂ ਦੇਖੋ। ਇਹ ਲੀਡਰ ਨੇ, ਸ਼ਿਕਾਇਤਾਂ ਕਿਧਰੇ ਕਿਧਰੇ, ਆਪ ਹੀ ਉਹਨਾਂ ਦੇ ਨਵੇੜੇ ਦੇ ਨਾਂ ਤੇ ਬਲੈਕਮੇਲਿੰਗ, ਰਿਸ਼ਵਤ ਤੇ ਹੁਣ ਨਾਲ ਕਬਜ਼ਿਆਂ ਵਾਲਾ ਵੀ ਕੰਮ ਜੁੜ ਗਿਆ। ਤਾਂ ਇਹਦਾ ਮਤਲਬ ਇਹੋ ਆ ਕਿ ਜਿਵੇਂ ਤੁਸੀਂ NRIs ਦੇ ਜ਼ਮੀਨੀ ਮਾਮਲਿਆਂ ਨੂੰ ਵੀ ਦੇਖਦੇ ਹੋਗੇ ਨਾ, ਤਾਂ ਉੱਥੇ ਵੀ ਤੁਹਾਨੂੰ ਕੋਈ ਨਾ ਕੋਈ ਲੀਡਰ ਮਿਲੇਗਾ, ਕੋਈ ਨਾ ਕੋਈ ਪੁਲਿਸ ਆਫੀਸਰ ਮਿਲੇਗਾ, ਕੋਈ ਬਦਮਾਸ਼ ਮਿਲੇਗਾ। ਮਤਲਬ ਕਿ 3-4 ਜਾਣਿਆਂ ਦੀ ਇਹ ਜਿਹੜੀ ਜੁੰਡਲੀ ਹੈ ਨਾ, ਉਹਦੇ ਚੋਂ ਕੋਈ ਨਾ ਕੋਈ ਮਿਲ ਜਾਏਗਾ ਤੁਹਾਨੂੰ ਜੀ। ਤਾਂ ਅਸਲ 'ਚ ਇਹ ਪੁਆੜਿਆਂ ਦੀ ਜੜ ਬਣੀ ਬੈਠੀ ਹੈ, ਜਿਨ੍ਹਾਂ ਨੇ ਲੋਕਾਂ ਲਈ ਲੜਨਾ ਹੁੰਦਾ, ਉਹੀ ਲੋਕਾਂ ਤੇ ਕਬਜ਼ੇ ਕਰੀ ਜਾਂਦੇ ਪ੍ਰਾਪਰਟੀਆਂ ਤੇ। ਕਰਨਾ ਕੀ ਹੈ? ਮਿੰਟੂ ਜੀ, ਬਰੀਫਲੀ ਦੱਸਿਓ ਵੀ ਰੇਣੂਕਾ ਚੌਧਰੀ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਾਣਹਾਨੀ ਦਾ ਕੇਸ ਕਰਨਾ ਕਾਹਤੇ? ਤੁਹਾਨੂੰ ਯਾਦ ਹੋਣਾ 2018 ਦੇ ਵਿੱਚ ਸਦਨ 'ਚ ਕਾਰਵਾਈ ਚੱਲਦੀ ਪਈ ਸੀਗੀ। ਤਾਂ ਉਸ ਵੇਲੇ ਕੀ ਹੋਇਆ ਸੀਗਾ ਕਿ ਜਦੋਂ ਪ੍ਰਧਾਨ ਮੰਤਰੀ ਬੋਲ ਰਹੇ ਸੀਗੇ ਤੇ ਰੇਣੂਕਾ ਚੌਧਰੀ ਜੀ ਬੋਲੇ ਕਿਸੇ ਗੱਲ ਤੇ, ਥੋੜਾ ਹਾਸਾ ਜਿਹਾ ਹੋ ਗਿਆ ਉਹਨਾਂ ਨੂੰ। ਤਾਂ ਉੱਤੇ ਬਾਅਦ ਕੀ ਹੋਇਆ ਕਿ ਜਿਹੜੇ ਤਤਕਾਲੀ ਚੇਅਰਮੈਨ ਸੀਗੇ ਵੈਂਕਈਆ ਨਾਇਡੂ ਜੀ, ਉਹਨਾਂ ਨੇ ਥੋੜਾ ਟੋਕਿਆ ਬੀਬੀ ਨੂੰ। ਤਾਂ ਜਿਹੜੇ ਮੋਦੀ ਸਾਹਿਬ ਜੀ ਕਹਿੰਦੇ ਚੇਅਰਮੈਨ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਰੇਣੂਕਾ ਜੀ ਨੂੰ ਕੁਛ ਨਾ ਕਹੋ, ਰਾਮਾਇਣ ਸੀਰੀਅਲ ਤੋਂ ਬਾਅਦ ਅੱਜ ਹੀ ਤਾਂ ਅਜਿਹਾ ਹਾਸਾ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਤਾਂ ਇਨਡਾਇਰੈਕਟਲੀ ਉਹਨਾਂ ਨੇ ਸਰੂਪ ਨਖਾ ਦੇ ਨਾਲ ਤੁਲਨਾ ਕਰ ਦਿੱਤੀ ਸੀ ਹਾਸੇ ਦੀ। ਤਾਂ ਹੁਣ ਰੇਣੂਕਾ ਚੌਧਰੀ ਕਹਿੰਦੇ ਕਿ ਭਾਈ ਜੇ ਤੁਸੀਂ ਫਸਾ ਲਿਆ ਰਾਹੁਲ ਗਾਂਧੀ ਤਾਂ ਫਿਰ ਅਸੀਂ ਕਿਉਂ ਛੱਡੀਏ, ਮੈਂ ਤਾਂ ਖੁਦ ਮੋਦੀ ਤੇ ਕਰੂੰਗੀ ਮਾਣਹਾਨੀ ਦਾ ਮੁਕੱਦਮਾ। ਤਾਂ ਦੇਖਦੇ ਹੁਣ ਰੇਣੂਕਾ ਚੌਧਰੀ ਉਸ ਹਾਸੇ ਤੇ ਗਾਂ ਜਿਹੜਾ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੇਹੁਦਾ ਤੰਜ਼ ਹੀ ਕਹਾਂਗੇ ਇਹਨੂੰ,
ਜੀ ਬੇਸ਼ੱਕ ਪ੍ਰਧਾਨ ਮੰਤਰੀ ਦਾ, ਪਰ ਇਹ ਕੋਈ ਅੱਛਾ ਨਹੀਂ ਸੀਗਾ। ਤਾਂ ਉਸ ਤਨਜ਼ ਤੇ ਕੀ ਉਹ ਵਾਕਿਆ ਮਾਣਹਾਨੀ ਪਾਉਂਦੇ ਆ, ਜਾਂ ਫਿਰ ਇੱਕ ਉਹਨਾਂ ਨੇ ਵੀ ਵਗਦੀਆਂ ਵਹਿੰਦੀਆਂ ਦੇ ਵਿੱਚ ਟਵੀਟ ਕਰਕੇ ਥੋੜੀ ਚਰਚਾ ਖੱਟ ਲਈ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਜੀ ਖੁਸ਼ਨੁਮਾ ਖਬਰ, ਕੱਲ ਪਦਮ ਭੂਸ਼ਣ ਜਿਹੜੇ ਮਿਲੇ ਨੇ ਤਾਂ ਉਹਦੇ ਵਿੱਚ ਮੈਨੂੰ ਕਾਫੀ ਸਟੋਰੀਆਂ ਪੜ੍ਹਨ ਨੂੰ ਮਿਲੀਆਂ। ਤਾਂ ਇੱਕ ਬੜੀ ਇੰਟਰਸਟਿੰਗ ਸਟੋਰੀ ਕਿ ਆਦਿਵਾਸੀ ਪੇਂਟਿੰਗਸ ਬਣਾਉਣ ਵਾਲੀ ਜਿਹੜੀ ਮਸ਼ਹੂਰ ਹੈ ਜੋਦਈਆ ਭਾਈ ਜੀ, ਉਹ ਕਦੇ ਸਕੂਲ ਨਹੀਂ ਗਏ, 83 ਸਾਲ ਦੇ ਆ, ਅੱਜ ਵੀ ਉਹ ਪੇਂਟਿੰਗ ਬਣਾ ਰਹੇ ਨੇ। ਕਮਾਲ ਦੀ ਗੱਲ ਹੈ। ਤਾਂ ਉਹਨਾਂ ਦੀ ਵੇਖ ਲਓ ਕਿ ਕਲਾ ਜਿਹੜੀ ਹੈ ਉਹ ਦੂਰ ਦਰਾਡੇ ਕਈ ਮੁਲਕਾਂ ਤੱਕ ਪਹੁੰਚੀ ਹੈ। ਜਿਹੜੇ ਆਪ ਸਕੂਲ ਨਹੀਂ ਪਹੁੰਚ ਸਕੇ, ਪਰ ਉਹਨਾਂ ਦੇ ਆਰਟ ਨੇ ਉਹਨਾਂ ਨੂੰ ਕਈ ਮੁਲਕਾਂ ਤੱਕ ਪਹੁੰਚਾ ਦਿੱਤਾ। ਤੇ 83 ਸਾਲ ਦੀ ਉਮਰ ਦੇ ਵਿੱਚ ਵੀ ਉਹ ਨਾ ਸਿਰਫ ਪੇਂਟਿੰਗ ਕਰ ਰਹੇ ਨੇ, ਬਲਕਿ ਦੇਖ ਲਓ ਐਡੇ ਐਡੇ ਵਕਾਰੀ ਪੁਰਸਕਾਰ ਜਿੱਤ ਰਹੇ ਨੇ। ਸਲਾਮ ਹੈ ਇਹੋ ਜਿਹੇ ਲੋਕਾਂ ਨੂੰ। ਇਹ ਲੋਕ ਜਿਹੜੇ ਵਾਕਿਆ ਆਈਡੀਅਲ ਨੇ ਜੀ।